वाहिगुरू जी का खालसा वाहिगुरू जी की फतेह। पतित पावन भगत वत्सल करुणा निधान दीन दुनी दे मालक साहिब श्री गुरु ग्रंथ साहिब जियां दी पवित्र पावन अमृतमई गोद विच शरधा ते सत्कार दे नाल शाम के दीवाना विच आप जी जुड़ बैठे हो। आओ इस समय को सुहावना बनाइए। सतगुरां दी पावन अमृतमई कथा दे विचों आप जी ने सरवण कीता सी पोखरण शहर राजस्थान की धरती ते जिथे अजकल गुरुद्वारा अग साहिब सुभाईमान है। गुरु नानक साहब सच्चे पातशाह जी ने भाई मरदाना जी नूं अग दे फल छका के चोरी खाते हुए फलों का दुख दूर किया। अगे तो उपदेश बख्शिश किया मरदानिया निरंकार ते भरोसा रख। जिसने अज खाण नूं दिता है वो सदा ही रहेगा। अपनी सियाणप नाल कमा के इकट्ठा किया कदों तक वरतिया जा सकता है। भाई मरदाना जी ने माफियां मंगिया पातशाह मैं लालच बस हो के ये फल छुपाए सी पर मैनू बख्श लो। दीन दुनिया के मालिक भाई मरदाना जी को बख्श करके अगे चले ने। इतों तक आप जी पावन कथा का आनंद माणिया। आओ कुछ समा मनकित व्यक्तियों एकाग्रचित बनाइए। प्रेम दी पाओ सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। या विद सो कर अगर चले गुरहास बिलास के वाक उचारें। जिस वेले सतगुरां ने भाई मरदाना जी का कष्ट कटिया हुण गुरु का प्यारा भाई मरदाना मन ही मन बड़ा शर्मिंदा है। बड़े ख्याल मन विच आउंदे ने अपने कीते कार्य उत्ते। आखिरकार मैं की सोच के उन्हां अग दे फलां थकड़ियां नूं छुपा लिया। कदों तक मेरी भुख दूर कर सकती सी। चुप चपीते सतगुरां दे पिछे पिछे तुरे आउंदे आ। गुरु नानक साहब महाराज हास रस मजाक करते आ मरदानिया ध्यान रखी किते मरासियां वाला काम ना कर दे। भाई बाला जी आखदे आ गुरु अंगद दे पातशाह जी भाई मरदाना सतगुरां दे वचनां नूं सुन के मुस्कुरा पैंदा है। जो ओदे नाल बीते है तो कोई हो जाए। आखदा साहिब जी मेरी मत ते पर्दा पै गया सी बस किरपा ही रखियो। मैं कदे भी तुहाडी परचाई हुई माया दे विच उलझ ना जावां। मैं ये भलेखा कर बैठा सी भी तुहानू पता ही नहीं लगना मैं की छुपाया। हसदे हसदे सतगुर दी बड़ी दूर दा पैडा तय कर गए।
ਰਾਜਸਥਾਨ ਦੇ ਘਣੇ ਸੰਘਣੇ ਰੇਤਲੇ ਇਲਾਕਿਆਂ ਚੋਂ ਜੰਗਲਾਂ ਚੋਂ ਗੁਜ਼ਰਦੇ ਹੋਏ ਦੀਨ ਦੁਨੀਆ ਦੇ ਮਾਲਕ ਸਤਿਗੁਰ ਜੀ ਢਾਕੇ ਤੇ ਬੰਗਾਲ ਦੀ ਦਿਸ਼ਾ ਨੂੰ ਚੱਲੇ। ਇਸ ਪਾਸੇ ਸਤਿਗੁਰ ਤੁਰੇ ਜਾਂਦੇ ਨੇ। ਭਾਈ ਬਾਲਾ ਜੀ ਕਹਿੰਦੇ ਅਸੀਂ ਪਿੱਛੇ ਪਿੱਛੇ ਆ, ਸਤਿਗੁਰਾਂ ਦੇ ਨਾਲ ਹੀ ਭਾਈ ਮਰਦਾਨਾ ਜੀ ਚੱਲਦੇ ਆ। ਕਈ ਫਕੀਰ ਸਾਧੂ ਦਰਵੇਸ਼ ਸਾਨੂੰ ਆਣ ਮਿਲਦੇ ਆ, ਰੱਬ ਦੀ ਚਰਚਾ ਹੁੰਦੀ ਹੈ। ਮਾਰਗ ਜਾਤ ਉਬੈ ਪਛਾਤ ਸੁਣੈ ਸੁਭ ਬਾਤ ਸੰਦੇਹ ਨਿਵਾਰੈ। ਪਰ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਪਿੱਛੇ ਪਿੱਛੇ ਚੁੱਪ ਚਪੀਤੇ ਤੁਰੇ ਜਾਂਦੇ ਆ। ਗੁਰੂ ਸਾਹਿਬ ਦੀਆਂ ਗੱਲਾਂ ਨੂੰ ਵਾਚਦੇ ਨੇ, ਵਿਚਾਰਦੇ ਨੇ, ਮਨ ਹੀ ਮਨ ਸੋਚਦੇ ਨੇ, ਮਨਾ ਗੁਰੂ ਬਾਬਾ ਜੀ ਦੇ ਨਾਲ ਰਹਿ ਕੇ ਵੀ ਤੂੰ ਐਸਾ ਗੁਨਾਹ ਕਰ ਰਿਹਾ। ਆਪਣੇ ਕੀਤੇ ਦਾ ਪਛਤਾਵਾ ਹੈ। ਇੱਕ ਤੇ ਉਹਨਾਂ ਭੁਗਤਿਆ ਜਦੋਂ ਦਰਦ ਹੋਇਆ, ਅੱਗ ਦੀਆਂ ਖਖਣੀਆਂ ਖਾਧੀਆਂ, ਜ਼ਹਿਰ ਬਰਦਾਸ਼ਤ ਨਹੀਂ ਹੋਇਆ, ਧਰਤੀ ਤੇ ਮਿਲਦੇ ਤੇ ਪਛਤਾਵਾ ਉਹ ਤੋਂ ਵੀ ਵੱਡਾ। ਤਨ ਦੇ ਦੁੱਖ, ਤਨ ਦੇ ਫੱਟ ਤੇ ਕਦੇ ਸੀਤੇ ਜਾ ਸਕਦੇ ਆ, ਤਨ ਦੇ ਜ਼ਖਮ ਕਦੇ ਭਰੇ ਜਾ ਸਕਦੇ ਆ, ਪਰ ਮਨ ਦੇ ਜ਼ਖਮਾਂ ਦਾ ਕੀ ਬਣਨਾ। ਉਹ ਪਛਤਾਤਾਪ ਅੰਦਰ ਲੈ ਕੇ ਤੁਰੇ ਜਾਂਦੇ ਆ। ਸਤਿਗੁਰ ਕਹਿੰਦੇ ਮਰਦਾਨਿਆਂ ਬਹੁਤਾ ਸੋਚੀਦਾ ਨਹੀਂ, ਜੋ ਹੋਇਆ ਪਰਮਾਤਮਾ ਦੀ ਰਜ਼ਾ ਵਿੱਚ ਹੋਇਆ, ਭਲਾ ਹੋਇਆ। ਪਰ ਉਹ ਸਾਰਾ ਸਮਾਂ ਯਾਦ ਕਰਕੇ ਭਾਈ ਮਰਦਾਨਾ ਜੀ ਸ਼ਾਂਤ ਰਹਿੰਦੇ। ਕਿਤੇ ਨਾ ਕਿਤੇ ਅੰਦਰ ਦਾ ਪਛਤਾਵਾ ਆਪਣੇ ਆਪ ਨੂੰ ਝੰਜੋੜਦਾ ਹੈ। ਫਿਰ ਅੱਖਾਂ 'ਚੋਂ ਹੰਝੂ ਆ ਜਾਂਦੇ ਆ, ਮਨ ਨੂੰ ਸਮਝਾਉਂਦੇ ਆ, ਮਨਾ ਜੋ ਹੁਣ ਕੀਤਾ ਲਾਲਚ ਬਸ ਕਦੇ ਫੇਰ ਨਾ। ਕਿਉਂ ਮੇਰੇ ਮਨ ਵਿੱਚ ਐਸਾ ਲਾਲਚ ਜਾਗਿਆ, ਮੈਂ ਕਿਉਂ ਸਤਿਗੁਰਾਂ ਤੋਂ ਚੋਰੀ ਰੱਖਿਆ ਏ। ਮੰਦ ਹੈ ਮੰਦ ਚਲੇ ਗਤ ਪੰਦ ਆਨੰਦ ਭਈ ਪੁਰਗਰਾਮ ਨਿਹਾਰੇ। ਕਈ ਦਿਨਾਂ ਦਾ ਸਫ਼ਰ ਰਸਤਾ ਸਤਿਗੁਰਾਂ ਨੇ ਤੈਅ ਕੀਤਾ ਹੈ। ਹੌਲੀ ਹੌਲੀ ਚੱਲੇ ਜਾਂਦੇ ਆ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਜੰਗਲਾਂ ਦੇ ਵਿੱਚ, ਜਿੱਥੇ ਜਿੱਥੇ ਮਾਲਕ ਦੀ ਮੌਜ ਆ ਉੱਥੇ ਰੁਕ ਜਾਂਦੇ ਆ। ਪਰ ਇਸ ਇਲਾਕੇ ਦੇ ਲੋਕ ਛੋਟੇ ਕੱਦ ਵਾਲੇ ਆ, ਬੜੇ ਸ਼ਾਰਪ ਨੇ, ਬੜੇ ਤਿੱਖੇ ਨੇ, ਬੜੇ ਤੇਜ਼ ਤਰਾਰ ਨੇ। ਭਾਵੇਂ ਇੱਥੇ ਆ ਕੇ ਰੰਗਾਂ ਦਾ ਵੀ ਫਰਕ ਪੈ ਗਿਆ, ਕਿਉਂਕਿ ਸਾਊਥ ਦੀ ਦਿਸ਼ਾ ਦੇ ਵਿੱਚ ਸਤਿਗੁਰ ਨੇ, ਦੱਖਣ ਦੇ ਲੋਕ ਮਿਲਦੇ ਆ, ਦੱਖਣ ਦਾ ਧਰੁਵ ਹੈ। ਭਾਈ ਮਰਦਾਨਾ ਇਹਨਾਂ ਲੋਕਾਂ ਵੱਲ ਵੇਖ ਕੇ ਬੜਾ ਹੈਰਾਨ ਹੈ। ਇਹ ਮਿਹਨਤਕਸ਼ ਲੋਕ ਨੇ, ਤੇਜ਼ ਤਰਾਰ ਲੋਕ ਨੇ, ਸਮਝਦਾਰ ਲੋਕ ਨੇ। ਅੱਜ ਵੀ ਜਾਈਏ ਅਸਾਮ, ਕੇਰਲਾ, ਇਹ ਲੋਕ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ, ਸਭ ਤੋਂ ਜ਼ਿਆਦਾ ਸਮਝਦਾਰ ਲੋਕ ਨੇ। ਤੇ ਸਭ ਤੋਂ ਜੇ ਡੱਲ ਪਾਸਾ ਵੇਖਣਾ ਤੇ ਉਹ ਸਾਡੇ ਵਾਲਾ ਹੈ। ਪਹਿਲਾਂ ਤੋਂ ਲੈ ਕੇ ਅੱਜ ਤੱਕ ਅਸੀਂ ਨੰਬਰ ਟੌਪ ਤੇ ਹਾਂ, ਕਦੇ ਥੱਲੇ। ਜਿੰਨੇ ਤੁਹਾਨੂੰ ਆ ਗੂਗੇ ਸ਼ੂਗੇ ਜੀ ਇੱਥੇ ਮਿਲਣੇ ਆ, ਜਿੰਨੇ ਡੇਰੇ ਮਿਲਣੇ ਤੁਹਾਨੂੰ ਬੰਗਾਲ 'ਚ ਨਹੀਂ ਮਿਲਣੇ। ਬੰਗਾਲ ਦੇ ਬੰਗਾਲੀ ਬਾਬੇ ਇੱਥੇ ਆ ਕੇ ਆਪਣਾ ਕੰਮ ਕਰਦੇ ਆ। ਉਹਨਾਂ ਨੂੰ ਪਤਾ ਹੈ ਵੀ ਸਾਡੇ ਦੇਸ਼ 'ਚ ਸਾਡਾ ਤਾਣਾ ਬਾਣਾ ਨਹੀਂ ਚੱਲਦਾ, ਪੰਜਾਬੀਆਂ ਕੋਲ ਚੱਲੂਗਾ। ਇਹ ਰੱਬ ਦੇ ਘਰ ਜਾਂਦੇ ਆ ਵੀ ਇਹਨਾਂ ਨੂੰ ਆਪਣੇ ਰੱਬ ਦੇ ਕੋਈ ਭਰੋਸਾ ਨਹੀਂ ਹੈ, ਇਹਨਾਂ ਨੂੰ ਕਾਲੇ ਧਾਗੇ ਤੇ ਭਰੋਸਾ ਹੈ, ਬਾਬੇ ਦੇ ਸਾਹ ਦੇ ਤਬੀਤ ਤੇ ਭਰੋਸਾ ਹੈ। ਉਹ ਲੋਕ ਬੜੇ ਸ਼ਾਰਪ ਨੇ, ਤੇਜ਼ ਨੇ, ਜਾਦੂਗਰ ਨੇ। ਤਰ੍ਹਾਂ ਤਰ੍ਹਾਂ ਦੀ ਕਲਾ ਉਹਨਾਂ ਲੋਕਾਂ ਦੇ ਵਿੱਚ ਹੈ। ਅੱਜ ਵੀ ਉਹਨਾਂ ਲੋਕਾਂ 'ਚ ਸਕਿੱਲ ਬਹੁਤ। ਕੋਈ ਵੀ ਇਲਾਕਾ ਦੇਖਣਾ, ਸਮਝਦਾਰ ਲੋਕ ਨੇ, ਮੋਹ ਮਾਇਆ ਦਾ, ਪੈਸੇ ਦਾ ਬਹੁਤਾ ਲਾਲਚ ਨਹੀਂ ਹੈ। ਜ਼ਿੰਦਗੀ ਹੰਡਾਉਂਦੇ ਨੇ, ਜ਼ਿੰਦਗੀ ਗੁਜ਼ਾਰਦੇ ਨੇ। ਵਿਦੇਸ਼ਾਂ ਵਿੱਚ ਜਾ ਕੇ ਵੇਖੋ, ਲਾਲਚੀ ਕੋਈ ਨਹੀਂ। ਤੇ ਸਭ ਤੋਂ ਵੱਡਾ ਲਾਲਚੀ ਸੂਬਾ ਪੰਜਾਬ ਦਾ ਹੈ। ਇਸੇ ਕਰਕੇ ਮੁਫਤ ਦੇ ਚੱਕਰਾਂ ਵਿੱਚ ਜੋ ਕੁਝ ਸਾਡੇ ਨਾਲ ਹੋ ਰਿਹਾ ਤੇ ਜੋ ਹੋ ਜਾਣਾ ਵੇਖੀ ਜਾਵੇ। ਕਦੇ ਕਿਸੇ ਹੋਰ ਸਟੇਟ ਵਿੱਚ ਹੋਇਆ ਕੁਝ ਜਿਹੜਾ ਇੱਥੇ ਖੇਡਿਆ ਜਾਂਦਾ ਹੈ? ਆਟਾ, ਦਾਲ, ਰਾਸ਼ਨ, ਚਾਹ ਫਰੀ, ਸਭ ਕੁਛ। ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹੜੇ ਮੁਫਤ ਖੋਰ ਹਨ, ਜੋ ਜ਼ਿੰਦਗੀ 'ਚ ਕਮਾਉਣਾ ਨਹੀਂ ਚਾਹੁੰਦੇ। ਹੁਣ ਜਿਸ ਵੇਲੇ ਸਤਿਗੁਰ ਜੀ ਆਏ ਨੇ, ਭਾਈ ਮਰਦਾਨਾ ਜੀ ਮਾਨੀ ਮਨ ਸੋਚਦੇ, ਲੋਕ ਬੜੇ ਤੇਜ਼ ਲੱਗਦੇ, ਛੇਤੀ ਅੱਖ ਨਹੀਂ ਬਣਾਉਂਦੇ, ਗੱਲਬਾਤ ਨਹੀਂ ਕਰਦੇ। ਦੱਖਣ ਦੇ ਲੋਕਾਂ ਦੇ ਅੱਜ ਵੀ ਇਹ ਅਸੂਲ ਨੇ, ਭਾਵੇਂ ਉਹ ਅਸਾਮ ਦੇ ਲੋਕ ਨੇ, ਕੋਲਕਾਤਾ ਵਾਲਾ ਪਾਸਾ, ਜਾਂ ਮਹਾਰਾਸ਼ਟਰ ਦੇ ਲੋਕ ਨੇ, ਫਾਲਤੂ ਬਿਨਾਂ ਕੰਮ ਤੋਂ ਕਿਸੇ ਨੂੰ ਨਹੀਂ ਬੁਲਾਉਂਦੇ। ਤੇ ਸਾਡੇ ਵਾਲੇ ਪਾਰਕ 'ਚ ਵੀ ਬੈਠਾ ਹੋਵੇ ਉੱਥੇ ਮਿੱਤਰਤਾ ਪਾ ਲੈਣਗੇ, ਕੋਈ ਬੱਸ 'ਚ ਬੈਠਾ ਉਹਦਾ ਨੰਬਰ ਲੈ ਲੈਣਗੇ।
कोई रेलवे स्टेशन गुरुद्वारे मिल गया ਉਹਦੇ ਨਾਲ ਮਿੱਤਰਤਾ ਪਾ ਲੈਣਗੇ। मतलब बिल्कुल ਵਿਹਲਾ डिपार्टमेंट ਆ ਸਾਡਾ ਪੰਜਾਬੀ। ਕਿਤੇ ਵੀ ਜਾਈਏ ਅਸੀਂ 4-5 ਨਾਲ ਰਿਸ਼ਤੇਦਾਰੀ ਕੱਢ ਕੇ ਘਰ ਨੂੰ ਮੁੜਨਾ ਹੁੰਦਾ ਹੈ ਵਿਹਲਿਆਂ ਦੇ। ਪਰ ਉਹ ਲੋਕ ਗੁਰੂ ਸਾਹਿਬ ਗਏ ਕੋਈ ਬੁਲਾਉਂਦਾ ਹੀ ਨਹੀਂ, ਚੁੱਪਚਾਪ ਨੇ ਆਪਣੇ ਆਨੰਦ 'ਚ ਰਹਿੰਦੇ, ਆਪਣੇ ਰਸ 'ਚ ਰਹਿੰਦੇ, ਆਪਣੀ ਮੌਜ 'ਚ ਰਹਿੰਦੇ ਆ। ਇਸੇ ਕਰਕੇ ਭਾਈ ਮਰਦਾਨਾ ਵੇਖਦਾ ਹੈ ਵੀ ਇਹ ਲੋਕ ਜੇ ਮੈਨੂੰ ਭੁੱਖ ਲੱਗੀ ਰੋਟੀ ਦੇ ਦੇਣ, ਜੋ ਬਿਨਾਂ ਬੁਲਾਇਆ ਬੋਲਦੇ ਨਹੀਂ। गाँव बसे निस बासुर में चला, दे उपदेश किते नर तारे। ਪਰ ਸਤਿਗੁਰ ਦੀ ਲੋਕਾਂ ਨੂੰ ਤਾਰਦੇ ਜਾਂਦੇ ਆ, ਉਪਦੇਸ਼ ਦੇ ਰਹੇ ਨੇ। ਗੁਰੂ ਸਾਹਿਬ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਨੂੰ ਲੋਕ ਮੱਥਾ ਟੇਕਦੇ। ਮੁਹੰਮਦ ਸ਼ਾਹ ਵਰਗੇ ਉਸ ਇਲਾਕੇ ਦੇ ਵੱਡੇ ਵੱਡੇ ਸਿੱਧ ਲੋਕ ਜਿਨ੍ਹਾਂ ਦਾ ਨਾਮ ਸੀ, ਹਜ਼ਾਰਾਂ ਲੋਕ ਜਿਨ੍ਹਾਂ ਦੀ ਤੰਤਰ ਵਿਦਿਆ ਤੋਂ ਪ੍ਰਭਾਵਿਤ ਸਨ, ਸਤਿਗੁਰ ਦੀ ਢਾਕੇ ਵਿੱਚ ਵੀ ਗਏ। ਬੇਸ਼ੱਕ ਇੱਥੇ ਸਾਰਾ ਇਤਿਹਾਸ ਬੜਾ ਸੰਖੇਪ ਚੱਲ ਰਿਹਾ, ਆਪਾਂ ਸ਼ਾਰਟ ਵਿੱਚ ਸੁਣ ਰਹੇ ਹਾਂ। ਢਾਕੇ ਦਾ ਇੱਕ ਇਲਾਕਾ ਹੈ, ਕਿਉਂਕਿ ਅੱਜ ਵੀ ਪੂਰੇ ਵਰਲਡ ਵਿੱਚ ਢਾਕੇ ਦਾ ਰੇਸ਼ਮ ਸਭ ਤੋਂ ਵੱਧ ਮਹਿੰਗਾ ਤੇ ਸਭ ਤੋਂ ਵੱਧ ਕੀਮਤੀ ਹੈ। ਬੇਸ਼ੱਕ ਉਹ ਬਹੁਤ ਘੱਟ ਮਿਲਦਾ ਜਿਸ ਢਾਕੇ ਦਾ ਇਲਾਕਾ, ਉੱਥੋਂ 6 ਕੋ ਦੂਰ ਧੰਨਪੁਰਾ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਕੁਝ ਸਿੱਧਾਂ ਨੂੰ ਸਮਝਾ ਕੇ ਆਏ, ਉਪਦੇਸ਼ ਦੇ ਕੇ ਆਏ ਕਿ ਉਹ ਇਲਾਕਾ ਏ ਜਿੱਥੋਂ ਦਾ ਰੇਸ਼ਮ ਪਾਉਣ ਦੇ ਵਾਸਤੇ ਵਿਦੇਸ਼ੀ ਲੋਕ ਵੀ ਤਰਲੋ ਮੱਚੀ ਹੋਏ। ਬੇਸ਼ੱਕ ਅੱਜ ਢਾਕਾ ਬੰਗਲਾਦੇਸ਼ ਦੀ ਰਾਜਧਾਨੀ ਹੈ, ਉਸ ਪਾਸੇ ਹੈ, ਪਰ ਕੋਈ ਸਮਾਂ ਸੀ ਸਾਡੇ ਇਸੇ ਦੇਸ਼ ਦਾ ਹਿੱਸਾ ਸੀ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਇਲਾਕਿਆਂ 'ਚ ਵਿਚਰ ਰਹੇ ਆ, ਪਿੰਡ ਪਿੰਡ ਜਾਂਦੇ ਆ, ਸ਼ਹਿਰ ਸ਼ਹਿਰ ਜਾਂਦੇ ਆ। ਜਿੱਥੇ ਕੋਈ ਵੱਡਾ ਤਪਸਵੀ ਹੁੰਦਾ ਹੈ, ਜਿਹਨੂੰ ਲੋਕ ਮੱਥਾ ਟੇਕਦੇ ਆ, ਜਿਹਦੀ ਕੋਈ ਮਾਨਤਾ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਨੂੰ ਸਿੱਧੇ ਰਾਹ ਪਾਉਂਦੇ ਤਾਂ ਜੋ ਇੱਕ ਵੱਡਾ ਜੁੜਿਆ ਬੰਦਾ ਆਪਣੇ ਲੱਖਾਂ ਫਾਲੋਅਰ ਨੂੰ ਚੰਗੇ ਪਾਸੇ ਲਾਇਆ। ਬੜੇ ਲੋਕ ਚਰਚਾ ਵੀ ਕਰਦੇ, ਹੁਣ ਚਰਚਾ ਹੁੰਦੀ ਹੈ, ਗਿਆਨ ਦੀ ਚਰਚਾ ਹੁੰਦੀ ਹੈ। ਜਿਹੜਾ ਵੀ ਆਉਂਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕ ਜਾਂਦਾ ਹੈ, ਚਰਨ ਅੰਮ੍ਰਿਤ ਲੈ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਧਾਰਨ ਕਰਦਾ ਏ। ਕਾਵਰੂ ਦੇਸ਼ ਕਿਓ ਪਰਵੇਸ਼, ਭਲੇ ਦਰਵੇਸ਼ ਉਹ ਬੇਸ ਬਣਾਏ। ਹੁਣ ਸਤਿਗੁਰਾਂ ਨੇ ਲਿਬਾਸ ਪਾਇਆ ਫਕੀਰਾਂ ਵਾਲਾ, ਜੋ ਆਪ ਜੀ ਦੇ ਪਿੱਛੇ ਸੁਣਿਆ, 2 ਗਜ ਦਾ ਚਾਦਰਾ, 2 ਗਜ ਦਾ ਕੱਪੜਾ। ਹੁਣ ਸਤਿਗੁਰ ਜੀ ਚੱਲਦੇ ਚੱਲਦੇ ਆ ਗਏ ਕਾਮਰੂਪ ਦੇਸ਼, ਜਿਹਨੂੰ ਤ੍ਰਿਆ ਰਾਜ ਕਹਿੰਦੇ ਆ। ਕਿੱਥੇ ਹੈ? ਜਦੋਂ ਆਪਾਂ ਅਸਾਮ ਜਾਂਦੇ ਆ, ਅਸਾਮ ਦੇ ਵਿੱਚ ਇੱਕ ਸ਼ਹਿਰ ਹੈ ਜਿਹਦਾ ਡਿਸਟ੍ਰਿਕਟ ਹੈ, ਜ਼ਿਲ੍ਹਾ ਹੈ, ਜਿਹਦਾ ਨਾਮ ਹੈ ਕਾਮਰੂਪ। ਅੱਜ ਵੀ ਦੁਨੀਆ ਜਾਣਦੀ ਹੈ, ਅੱਜ ਵੀ ਕੌਂਸਟੀਟਿਊਂਸੀ ਹੈ, ਬਹੁਤ ਵੱਡਾ ਹਲਕਾ ਹੈ, ਬਹੁਤ ਵੱਡਾ ਜ਼ਿਲ੍ਹਾ ਹੈ। ਹੁਣ ਇਹ ਕਾਮਰੂਪ ਕਿਹਦੇ ਨਾਂ ਤੇ ਪਿਆ? ਇੱਕ ਸਨਾਤਨ ਮਤ ਦੇ ਵਿੱਚ ਦੇਵੀ ਹੋਈ ਹੈ ਜਿਹਦਾ ਨਾਮ ਹੈ ਕਮੱਖਿਆ ਦੇਵੀ। ਗੁਹਾਟੀ ਵਿੱਚ ਵੀ ਮੰਦਿਰ ਹੈ, ਉਹਦੀ ਪੂਜਾ ਕਰਦੀਆਂ ਨੇ ਔਰਤਾਂ, ਗੰਦਗੀ ਨਾਲ ਭਰੀ, ਮੈਲੀਆਂ। ਸਭ ਤੋਂ ਵੱਧ ਵਿਕਾਰੀ ਜੀਵਨ ਉਸ ਦੇਵੀ ਕਮੱਖਿਆ ਦਾ ਹੈ, ਜੋ ਨੀਲ ਪਰਬਤ ਦੀ ਚੋਟੀ ਤੇ ਜਿਹਦਾ ਛੋਟਾ ਜਿਹਾ ਇੱਕ ਇਲਾਕਾ ਹੈ, ਤੇ ਜਿਹਨੂੰ ਵੱਡੇ ਵੱਡੇ ਜਾਦੂਗਰ ਤੇ ਜਾਦੂਗਰਨੀਆਂ ਜਿਨ੍ਹਾਂ ਨੇ ਤੰਤਰ ਮੰਤਰ ਦੀ ਸਿੱਧੀ ਕੀਤੀ, ਉਹ ਰਹਿੰਦੀਆਂ ਉਹਦੇ ਨਾਂ ਤੇ ਇਹ ਨਗਰ ਵਸਿਆ ਕਾਮਰੂਪ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਆਏ। ਕਹਿੰਦੇ ਇੱਥੇ ਦੀ ਦੁਨੀਆ ਬੜੀ ਅਲੱਗ ਥਲੱਗ ਸੀ, ਇੱਥੋਂ ਦੇ ਲੋਕਾਂ ਦੀ ਬੜੀ ਬਿਜ਼ੀ ਲਾਈਫ ਹੈ, ਬੜਾ ਸਟਾਈਲ ਆਪਣੀ ਜ਼ਿੰਦਗੀ 'ਚ ਹੁੰਦਾ। ਅੱਜ ਵੀ ਜਾਈਏ ਨਾ, ਇੱਕ ਸਾਡੇ ਵਾਲੇ ਡਿਪਾਰਟਮੈਂਟ ਇਲਾਕੇ ਨੂੰ ਛੱਡ ਕੇ ਲੋਕਾਂ ਦੇ ਵਿੱਚ ਬੜਾ ਐਟੀਟਿਊਡ ਹੈ। ਸਿਰਫ ਸਾਡੇ ਕੋਲ ਮਹਿੰਗੇ ਕੱਪੜੇ ਆ, ਹੋਰ ਕੁਛ ਨਹੀਂ, ਹੋਰ ਕੁਛ ਵੀ ਸਾਡੇ ਕੋਲ। ਕਦੇ ਗੋਰਿਆਂ ਨੂੰ ਵੇਖੋ ਏਅਰਪੋਰਟਾਂ ਤੇ, ਉਹ ਨਾਰਮਲ ਜਿਹੇ ਕੱਪੜੇ ਪਾਏ, ਚੱਪਲਾਂ ਪਾਈਆਂ, ਬਨੈਨਾ ਪਾ ਕੇ ਤੁਰੇ ਫਿਰਦੇ। ਉਹ ਕਹਿੰਦੇ ਜ਼ਿੰਦਗੀ 'ਚ ਜੋ ਕਮਾਇਆ ਉਹਨੂੰ ਹੰਡਾਉਣਾ ਹੈ, ਅਸੀਂ ਕੱਪੜੇ ਪਾਪਾ ਵਿਖਾਈਏ, ਸਾਡੇ ਪੱਲੇ ਕੱਖ ਨਹੀਂ, ਸਿਰਫ ਦਿਖਾਵਾ। ਹੁਣ ਇੱਥੋਂ ਦੇ ਜਿਹੜੇ ਲੋਕ ਸੀ ਉਹ ਬਹੁਤ ਅਮੀਰ ਸਨ, ਕਾਮਰੂਪ ਦੇਸ਼ ਦੇ। ਅੱਜ ਵੀ ਦੇਖਿਆ ਜਾਵੇ ਅਸਾਮ ਦੇ ਇਲਾਕੇ ਵਿੱਚ ਜ਼ਿਲ੍ਹਾ ਕਾਮਰੂਪ ਦਾ ਜਿਹੜਾ ਏਰੀਆ ਨਾ, ਬੜਾ ਅਮੀਰ ਹੈ। ਇੱਥੋਂ ਲੈ ਕੇ ਬੰਗਾਲ ਤੱਕ, ਵੈਸਟ ਬੰਗਾਲ ਦਾ ਜਿਹੜਾ ਇਲਾਕਾ ਏ, ਬੜੇ ਸਮਝਦਾਰ ਲੋਕ, ਪੜ੍ਹੇ ਲਿਖੇ ਲੋਕ ਨੇ। ਇਹੀ ਕਾਰਨ ਹੈ, ਪਿੱਛੇ ਜੇ ਕਹਿੰਦੇ ਸੀ ਨਾ ਖੇਲਾ ਹੋਏਗਾ, ਖੇਲਾ ਹੋਏਗਾ, ਹੋ ਗਿਆ ਨਾ, ਸਮਝ ਗਏ ਹੋ। ਜ਼ੋਰ ਲਾ ਲਿਆ ਸੀ ਉੱਥੇ ਵੱਡਿਆਂ ਵੱਡਿਆਂ ਰਾਜਿਆਂ ਮਹਾਰਾਜਿਆਂ ਨੇ
किते इन्हां बंगालियां ते असीं अपना कब्जा कर लीए। वो कहते नहीं, बंगाल बंगालियां दा है पर पंजाब बिहारियां दा। तो सतनाम, असीं कित्थे स्टैंड करदे हैं इत्थे समझना। सानू अज धर्म की राजनीति विखाई जाती। अलग गल है, गुरु साहब ने सानू धर्म की राजनीति विच पाया, पर अज धर्म एडा पखंड बन के राजनीति ते बह गया। डेरियां तो बिना अज साडे पंजाब दा बुरा हाल, किते कुछ नहीं है। धर्म अज खतरे च क्यों है किते खतरे च? किसी की कुर्सी नूं खतरा, कहता धर्म नूं, पंथ नूं खतरा। किहड़े पासे सिੱਖੀ तुर गई है। पर वेखो गुरु नानक साहब महाराज किस इलाके च जा रहे आ जिथों के लोग अपनी बोली बोलते, कामरूप की बोली अपनी, बंगाल की बोली अपनी, असम की बोली अपनी। असम वही जितों चाह पत्ती आती, ग्रीन टी लैके आते। हुण इस इलाके च गुरु नानक साहब पातशाह आए, कहते सतगुरां दा लिबास वेख के लोग अखां कढ़दे आ। मतलब अखां क्यों कढ़दे आ? ये बेले लोग, ये साधरे तुरे फिरदे, इन्हां कोल काम नहीं है कोई। हुण उत्थों दे लोग मेहनतकश लोग ने, मजदूरियां करते आ, चंगे वड्डे काम करते आ, कोई मंत्र विद्या साधदा है, कोई तंत्र विद्या साधदा है, पर फकीरां नूं वेख लोग हसदे आ कि ये कित्थों आ गए, किते मंगण वाले होने। क्योंकि लिबास गुरु साहब ने फकीरी दा पाया, साधा वाला पाया। बड़ियां लोकां ने वेखना, बड़े चर्चा करन आउंदे, पर जदों छेड़ के वेखदे आ बड़ा कुछ उन्हां नूं प्राप्त हुंदा है। मंत्रन जंत्रन तंत्रन की निद जोर सी मंतन कोह जे थाए। ਇਹ ਉਹ ਇਲਾਕਾ ਆ ਗਿਆ ਜਦੋਂ ਸਤਿਗੁਰੂ ਜੀ ਪਹੁੰਚੇ ਨੇ, ਜਿੱਥੇ ਮੰਤਰ ਪੜ੍ਹੇ ਜਾਂਦੇ ਆ, ਲੋਕਾਂ ਨੂੰ ਲਿਖ ਲਿਖ ਤਵੀਤ ਜੰਤਰ ਦਿੱਤੇ ਜਾਂਦੇ ਆ, ਤੰਤਰ ਵਿਦਿਆ ਦਾ ਆਭਾਸ ਕੀਤਾ ਜਾਂਦਾ ਹੈ। ਇਸ ਇਲਾਕੇ ਦੀਆਂ ਜਾਦੂਗਰਨੀਆਂ ਬੜੀਆਂ ਮਸ਼ਹੂਰ ਸਨ। ਨੂਰ ਜਹਾਂ ਵਰਗੀਆਂ ਜਾਦੂਗਰਨੀਆਂ ਇੱਕੋ ਹੀ ਸੀ, ਜਿਨ੍ਹਾਂ ਦਾ ਮੈਜਿਕ ਸਿਰ ਚੜ੍ਹ ਬੋਲਦਾ ਸੀ ਲੋਕਾਂ ਦੇ ਸਿਰਾਂ। जो पुरख तो नारी ते नारी तो पुरख कर सकदियां ने, एडी वड्डी कला सी। ते अज भी बंगाल दा जादू पूरे वर्ल्ड विच फेमस है। अज भी करामातां जिहड़ियां उन्हां कोल सी। यही कारण सी गोरखनाथ मछिंद्रनाथ जिद्दण धर्म की विद्या लैके आए सी ना, करामातां दी बंगाल तो लैके आए सी। वो अलग गल, असीं इतिहास नहीं पढ़ते, साडे कोल समां ही नहीं पढ़ना, सानूं पता ही नहीं साडे वड्डियां ने पुरातन लोकां ने की। ਇਹ ਜਿੰਨਾ ਮੈਜਿਕ ਸੀ ਉਹਨਾਂ ਕੋਲੇ, ਸਿੱਧਾਂ ਕੋਲ ਜਿੰਨਾ ਜਾਦੂ ਸੀ ਉਹ ਬੰਗਾਲ ਦਾ ਸੀ। ਕਿਸੇ ਭਿਖਾਰੀ ਨੂੰ, ਰਾਜਾ ਤੇ ਰਾਜੇ ਨੂੰ ਭਿਖਾਰੀ ਬਣਾ ਦੇਣਾ, ਕਿਸੇ ਨੂੰ ਅਸਮਾਨੇ ਉਡਾ ਦੇਣਾ, ਕਿਸੇ ਨੂੰ ਥੱਲੇ ਸੁੱਟ ਦੇਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਢੋਬੜੀ ਦੇ ਇਲਾਕੇ 'ਚ ਗਏ। ਅੱਜ ਵੀ ਜਾ ਕੇ ਵੇਖੋ ਅਸਾਮ ਦੇ ਢੋਬੜੀ ਸਾਹਿਬ ਗੁਰਦੁਆਰਾ ਸਾਹਿਬ, ਅਸਮਾਨ ਵਿੱਚ ਉਡਾਇਆ ਹੋਇਆ ਰੁੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੱਥੇ ਰੋਕਿਆ, 4 ਮੰਜ਼ਿਲਾ ਗੁਰਦੁਆਰਾ, ਚੌਥੀ ਮੰਜ਼ਿਲ ਤੇ ਪਿੱਪਲ ਦਾ ਰੁੱਖ ਲੱਗਾ। ਜਿਹਨਾਂ ਦਰਸ਼ਨ ਕੀਤੇ ਪਤਾ ਹੈ। फिर गुरु दियां संगतां ने उत्थे मिट्टी पा के उहदियां जड़ां नूं मिट्टी दित्ती उपर तक, हवा जुड़दा सी। ते फिर नूर जहां वर्गी जादूगरनी ने सतगुरां ते जिहड़ी सिल सुट्टी है, वो अज भी उस गुरु घर विच पत्थर मौजूद है। घट्टो घट 10-12 फुट दा होना। भारा किन्ना है? जदों ब्रह्मपुत्र दरिया उत्ते डैम बनना शुरू होया, गोरे आए डिस्कवरी वाले पट्टण लगे उहनूं, जद ड्रिल मारदे सी खून निकलदा सी। सिद्धां नूं पता लग्या, साधुआं नूं पता लग्या, भज्जे आए, कहंदे ਇਹ पत्थर है गुरु तेग बहादुर साहब जी का रोकिया, इनू ना छेड़ो, अज भी मौजूद है उस थां। भाव की है? एडे वड्डे मंत्र जंतर सी जिन्हां नूं केवल गुरु साहब सहार सकदे सी। यही कारण सी औरंगजेब वर्गे राजे बादशाह बंगाल नूं जित नहीं सके। सिकंदर वर्गे चढ़ के आए पंजाब नूं ते हरेक ही जित लैंदा सी, जिहड़ा हुंदा सी इधर दब जांदा सी। अहमद शाह अब्दाली वर्गे उधरों मूँह मोड़ के आ जाते सी, क्योंकि लोग आया मंत्रां नाल बन लैंदे सी। कहते तंत्र मंत्र जंतर 3 तरह की विद्या आसाम ते बंगाल के लोगों को आउंदी सी, अज भी आउंदी है। कई गल्लां करदे ना, आ जादू ते हत्थां दी मैल है जी, इह हत्थां दी सफाई, वो साडे वाले पासे है। ये भी पेंसिल तो रुपया बनाता, कभी उन्हां दे धक्के चढ़ के देखिए, वो दसणगे की होंदा। दुनिया ते हर चीज़ है, वो अलग चीज़ है, साडा फील्ड नहीं है, साडा राह नहीं, साडी समझ नहीं है। जदों असीं ये गल्लां करदे नहीं, कोई जादू नहीं होता, इहदा मतलब असीं गुरु साहब के इतिहास नूं झोड़ना चाहुंदे आ, खत्म करना चाहुंदे आ भी ये ते बस एवें लिखियां कोलों जी मन घड़त गल्लां, इहो जिहा ते हुंदा ही कुछ नहीं, सब कुछ है।
लैके तो वेखो किसी तांत्रिक नाल पंगा, दिने तारे विखा जे होवे। हुण तंत्र मंत्र ते जंतर तीन तरह की विद्या इत्थों के लोगों कोले सी कामरूप देश में, ते गुरु साहब आए तां सी। पर इत्थे मन्निया जाता सी कि कोई साध फकीर एक रात नहीं कटदा, धरती सटेक मारदी। वड्डे वड्डे तांत्रिक लोग जप तापे उखाड़ दिंदे ने। आए गयो टिगही नगर, गुर बैस गए तर की एक छाई। एक रुख दी छावे गुरु नानक साहब महाराज बैठ गए। अज ते बहुत बड़ा जिला है कामरूप, पर उदों एक नगर सी, एक शहर सी। पिंडों बार बार मर्द बैठे तो भाई मरदाना जी नूं नगर बड़ा सोहना लग्या। हुण जिन्हें सफ़र किया है राजस्थान के रेतियां का, जैसलमेर, बीकानेर, इधरों होके गए ने गुरु नानक साहब महाराज, क्योंकि गुरुद्वारा आक साहब बीकानेर तो भी 230 किलोमीटर अगे। हुण इन्ने रेतले इलाकों चों लंघना जिथे कोई रोक नहीं दिसदा उन्हां समय। चलो अज तो बड़ा डिवेलप है, नहरां दा पानी जांदा, राजस्थान ही नहीं है, पर अज भी जो उधर नूं जाइए ना तो रेता ही दिसदा। बीकानेर, जैसलमेर, ये सारे इलाके। हुण इहो जिहा इलाका पार करके कहंदे हरे भरे इलाके जाए सी। आसाम अज भी ग्रीन बेल्ट है, आ ग्रीन टी साडी चाह उत्थों ही होंदी है। बंगाल जाओ हरिया भरिया पिया, केलियां दे रुख सब तो वध पाए जाते आ, लोग उन्हां पतलां च ही खांदे आ। कहते जिंदगी जाके वेखो तो सही, छड्डीए घर निकलीए तो सही, दुनिया कित्थे बैठी है। पर असीं ते अपने घर रह के सानूं लगदा जो सुख छड्डू दे चुबारे ना परख ना बुखार, भी तो मतलब की है नहीं। जो गुरु साहब आए ना जी, कहते बहुत बड़े वृक्ष थले मर्द बह गए, भाई मरदाने का जीना लगे उत्थे। वो सोचे भी एडा सोहना शहर है, जे बाबा जी 10 कदम अगे हो जाए, जे मर्द कहण चल मरदाने आपां बाजार च रुकदे आ, किते शहर च रुकदे आ, पर गुरु साहब कहंदे मरदानिया किन्ना सोहना खूबसूरत इलाका है, नेड़े तेड़े खेत जंगल बेले दिसदे ने। बीत मुहूर्त एक गयो, मरदाने तबे मुखवाक लाए। 3 घंटे बतीत हो गए, 3.25 घंटे, भाव एक मुहूर्त एक पहर। गुरु साहब बड़े आराम च बैठे आ, भाई बाला जी आनंद च बैठे आ, मर्द ने रुख नाल ढो लाई हुई है। भाई मरदाना कदे बाला जी वाल वेखदा, कदे गुरु साहब वाल, कहंदा चंगे बंदे आ। एक खीजी लागे बह गए, अगे पिछे जाण की गल नहीं कर। थोड़ी देर बाद बोले, कहते बाबा जी कितना सुहावना इलाका है। ये आम गल है जी, तुसीं राजस्थान के रेतियां चों लंघ के जाओगे, किते तुहानूं बाग दिसणगे, सोहना ही लगू। वैसे भी साउथ बहुत सोहना, दुनिया जाती है वे घूमण जाते आ। अज साडे नालों बिल्कुल पुट्ठा पासा है, जिहड़े उधर रहने वाले लोग कहते साडा ते पंजाब जाण नूं जी नहीं करदा, उत्थे की है यार, कुछ भी है नहीं। की अज साडे कोल ना कोई जंगल है ना कोई बाग है कख साडे कोल, सिर्फ सड़कां ने, मैरिज पैलेस ने रोडां उत्ते, बड़े बड़े ढाबे होटल ने, इस तो वध के कुछ नहीं है। पर ਜਿਹੜੇ लोग उस इलाके च अज भी घूमण जाते हैं, चित लगता है, पता लगता है भारत किहनूं कहिंदे आ। सिर्फ गोरियां ने कैनेडा अमेरिका तो आके वेखिया भी साउथ की है। असीं इत्थे जम्मे, इत्थे बुढ़े हो गए, इत्थे मर गए, सानूं ही नहीं पता भी उधर की है। हजूर साहब तो अगे असीं टप्पे ही नहीं गए, पर तुहाडे च जिहड़े गए आ उन्हां नूं पता। उस इलाके च गुरु साहिबां दे किन्ने सोहणे सोहणे स्थान बने हुए आ, पंजाब नालों भी सोहणे। गुरु नानक साहब महाराज ने भाई मरदाने दे दिल दी जान लई भी इहनूं ना आसे पासे की चकाचौंध भा गई है। उत्थों दा वातावरण बड़ा सोहना सी, इलाका सोहना, जंगल बाग बेले सोहणे आ, ते हुण सोहणियां चीज़ां ते मन नूं मोहणियां मरदाने का जी करे भी जे गुरु साहब कहण मरदाने आपां इकट्ठे जा आउने आ, शाम नूं घुम फिर आउने आ, ते बड़ी वड्डी गल होवेगी। हे प्रभ जी ए सुंदर देश, तरोवर भांत अनेक खरे। जदों गुरु साहब ने मरदाना जी के दिल की जानी, थोड़ी देर बाद भाई मरदाना कहता महाराज कितना सोहना देश है, हरा भरा पे, बड़ा सोहना लगा मैनूं। सतगुरु कहते हाँ मरदाने बड़ा सोहना। वो देश शब्द की है, एक कंट्री दे विच, चलो अज स्टेट में वंडिया गया, अगे हुंदा सी भारत, उत्तरी भारत, दक्षिणी भारत, इदां वंडिया। अमेरिका भी इदां ही आ, नॉर्थ अमेरिका, साउथ अमेरिका,
भी ये उत्तरी है, ये दक्षिणी है, कैनेडा भी इदा। बेशक कैनेडा अमेरिका का हिस्सा, कैनेडा नाम का देश कोई नहीं, सिर्फ अमरीका का ही हिस्सा है। उत्तरी अमरीका, दक्षिणी अमरीका कैनेडा कहते हैं। पर अज भी मैप से देखोगे नॉर्थ ते साउथ का रौला है। इस तरह भारत इलाका है, ये जिदा हम अपना उत्तर का इलाका आ गया, आप उत्तर वाले पास। इस करके जिन्नियां ट्रेनां चढ़नगियां उन्हां ते लिखिया होगा उत्तरी रेलवे, पाक बॉर्डर ते आके रुक जाती है कि पाकिस्तान। उत्तर की दिशा में आके रेलवे ट्रैक बंद हो जाता है बाघा बार्डर पे। ये तो अगे कोई इंडिया का ट्रैक नहीं, सिर्फ एक ट्रेन जाती है जी समझौता एक्सप्रैस, वो कोई संबंध नहीं। इसलिए ये सारे ट्रैक में बोलिया जाता जंक्शन उत्तरी रेलवे, भाव उत्तर की दिशा जाके खत्म होता है। हुण वो लोग उत्तर नूं देश मनते हैं ते असीं साउथ नूं देश मनते हैं भी जिहड़ा साउथ का इलाका है वो देश है। दक्षिण का जी दक्षिण देश हरी का वासा बाणी लिखती है। पश्चिम वालों मुकामा, पश्चिम किहड़ा है? साउथ अरब, जिथे मक्का है वो एक अलग देश, अगे दिशावां च वंडे हुंदे सी। कहते भारत बहुत वड्डा मुल्क सी ते अज भी है। इहनूं कामरूप देश मन्निया जांदा सी, जिवें पंजाब देश पहला देश सी, सरहदां नहीं सी हुंदियां। जिवें बंगलादेश, भूटान, मिजोरम, बेशक के पहला साडे इलाके से बर्मा बुरमा, हुण वो पार्टीशन हो गई, पर देश मन्ने जाते सी। देश कामरूप अज बेशक एक डिस्ट्रिक्ट है, एक जिला है, पर उदों एक देश मनते सी क्योंकि इत्थों के लोगों का लिबास ही होर है। हुण पंजाबियों का अलग देश, आप कहते जैसा देश वैसा भेष, क्योंकि असी होर किते एडजस्ट ही नहीं होंदे। जिथे जावांगे पंजाब वसा लांगे, वो भावें बिहार होवे, फॉरन होवे, क्योंकि साडा देश भेष साडी देश भूषा है, जो साडा वेश है, साडा लिबास है। इस करके शब्द आया कहते कामरूप देश। कहते महाराज जी कामरूप देश बहुत सोहना है। मैं तां बोलिया भी बड़े लोगों के मन च आ जाता भी कामरूप ते आ रहा आसाम के देश किवें हो गया। ये उदों देश सी, बेशक एक भारत एशिया का हिस्सा है। गुरु नानक साहब सच्चे पातशाह कहते मरदानिया ये रब की कुदरत है, ये सब उस परमात्मा ने साजिया है। पोंग तंबूलन ताल तमाल विशाल पले दल सो है हरे। इत्थे दिसदा की है? चारे पासे पान दे बीड़े, रुख, ताड़ दे बूटे, जिन्हें पान दे पत्ते आउंदे आ उस पासे तो आउंदे। धरती खास है, तुसी ग्रीन टी पंजाब च बीजोगे नहीं होएगी, झाड़ ही नहीं होना। पर असम दे विच जाके वेखो किड्डे किड्डे बाग ने, किड्डे किड्डे बगीचे आ। ते जे केलियां दी गल करिए, जिवें महाराष्ट्र तो काम शुरू हो जाता, महाराष्ट्र, कर्नाटक, अगे अगे जावांगे जिहड़ी बेल्ट आ ना सारी बिहार तो अगे दी, रांची का पासा सारा, फिर उत्थे केलियां दे बाग मिलणगे, कच्चे केले लगे होए। इसे करके लोग सेहतमंद ने, उन्हां दा खाना पीना बहुत ऑर्गेनिक है। जदों गुरु साहब आए आ, कहते गुरु साहब जिथे बैठे सी उहदे सामने सी केलियां दे बाग, हरे भरे पत्ते, ताड़ दे पत्ते, जिवें पाम हुंदा इदां एक ताड़ हुंदा। मरदाना रुखा वेख वेख वो मन रचाई जाता है भी किन्ने खुश होने लोग इत्थों, किन्ना इन्हां दा दिल लगता है, कुदरत के किन्ने करीब ने। क्योंकि असीं जिहड़े राजस्थान के इलाके चों लंघ के आए हैं, उत्थे ते रेता ही है, झाड़ फूक ने अक लगे हुए आ, उत्थे कुछ दिसदा नहीं सी। साख झुकी फल पीनन सो कदली के बगीचन बृंद जरे। हुण केलियां दे बगीचिਆਂ ਦੇ ਵਿੱਚ केलियां ਦੇ फल ਝੁਕ ਝੁਕ के लगे आ। पुराने समय की एक खासियत होंदी सी, उदों केले तो लैके हर फल रुख ते पकदा सी। भाई मरदाने का जदों तक केलियां वाल ध्यान गया ना, चित कीता भी किते खाण नूं मिल जाए, क्योंकि चलो अज तो हर चीज़ कैमिकल है, कच्चियां चीज़ां तोड़ के पकाईयां जांदियां, पक्का फल पक्का ही होंदा ते कच्चा पकाया कच्चा ही होंदा। जहर नहीं, पकिया पपीता पेड़ तो खा लो रस होर होएगा, बाजार तो लैके आओगे सारा पीड़ा विच हरे हरे निशान होणगे, काहदे आ? कैमिकल वो लग्या होया अजीनोमोटिव, जिहड़ा मुर्दियां ते लाया जांदा भी लाश सड़े ना, गले ना। ते फिर डॉक्टर कहंदा पपीता खाया कर, ते फिर हालत की है? ढिड आफर जांदा है, पेट गैस होगी, कुछ भी चंगा नहीं लगता, चिड़चिड़ापन। क्यों? मुर्दियां दे मसाले खाने ते आई कुछ होना। खाधा ते अपने वालों फ्रूट सी, पर खाधा जहर। अज साडे देश का कि हर थां यही हाल है, पर उदों केले रुख ते पकदे सी। ठीक है जी, झुके हुए ने रुख, केले का रुख एक बारी फल दिंदा वड्डिया जांदा है,
ਬਾਗਾਂ ਦੇ ਬਾਗ ਭਰੇ। ਭਾਈ ਮਰਦਾਨਾ ਫੇਰ ਗੱਲ ਕਰਦਿਆ ਕਰੇ, ਕਿਉਂਕਿ ਕੇਲੇ ਵੇਖ ਵੇਖ ਭੁੱਖ ਲੱਗੀ ਹੋਈ ਹੈ ਵੀ ਜੇ ਕਿਤੇ ਗੁਰੂ ਸਾਹਿਬ ਕਹਿਣ ਮਰਦਾਨਿਆ ਅਸੀਂ ਬੈਠੇ ਆ ਸਾਨੂੰ ਤੇ ਭੁੱਖ ਨਹੀਂ, ਤੂੰ ਗੇੜੀ ਲਾਇਆ, ਜਾਇਆ ਬਾਗ 'ਚ 5 7 10 20 ਜਿੰਨੇ ਕੇਲੇ ਖਾਣੇ ਖਾਇਆ। ਪਰ ਗੁਰੂ ਸਾਹਿਬ ਉਹਦੀ ਗੱਲ ਸੁਣ ਕੇ ਅਣਸੁਣੀ ਕਰ ਦਿੰਦੇ ਨੇ। ਜੋ ਨਰ ਨਾਰ ਸਰੀਰ ਮੈਂ ਚੀਰਨ, ਆਨ ਹੀ ਰੀਤ ਸੋ ਤਾਹੇ ਤਰੇ। ਪਰ ਭਾਈ ਮਰਦਾਨਾ ਬੈਠਾ ਵੇਖਦਾ ਵੀ ਇੱਥੋਂ ਦੀਆਂ ਮਾਫ ਕਰਿਓ ਸਿੱਧੀ ਬਦਰੀ ਗੱਲ ਹੈ, ਕਿਉਂਕਿ ਜੋ ਲਿਖਿਆ ਮੈਂ ਉਹੀ ਸੁਣਾਉਣਾ। ਕਹਿੰਦੇ ਇੱਥੋਂ ਦੀਆਂ ਔਰਤਾਂ ਬੜੀਆਂ ਸੋਹਣੀਆਂ ਸੀ, ਖੂਬਸੂਰਤ, ਮਿੱਟੀਆਂ ਕੀਤੀਆਂ, ਚੀਰ ਕੀਤੇ ਹੋਏ ਆ। ਮਰਦਾਨਾ ਬੜਾ ਹੈਰਾਨ ਹੈ, ਬੜੀਆਂ ਤਿਆਰ ਪਰ ਤਿਆਰ ਹੋਈਆਂ, ਮਤਲਬ ਲੋਕ ਚੰਗੇ ਆ। ਅੱਜ ਵੀ ਇਸ ਇਲਾਕੇ ਨੂੰ ਔਰਤ ਪ੍ਰਧਾਨ ਕਿਹਾ ਜਾਂਦਾ ਏ। ਅਸਾਮ 'ਚ ਜਾ ਕੇ ਵੇਖੋ, ਅੱਜ ਵੀ ਦੀਦੀ ਦੀਦੀ ਹੁੰਦੀ ਆ। ਨਾਮ ਬੰਗਾਲ ਵਾਲੇ ਪਾਸੇ ਜਾ ਕੇ ਵੇਖੋ, ਹੁੰਦੀ ਆ ਨਾ। ਔਰਤਾਂ ਕੰਮ ਕਰਨ ਵਾਲੀਆਂ, ਅੱਗੇ ਚੱਲਣ ਵਾਲੀਆਂ। ਉਹ ਮਰਦ ਪ੍ਰਧਾਨ ਦੇਸ਼ ਨਹੀਂ ਹੈ, ਔਰਤ ਪ੍ਰਧਾਨ ਦੇਸ਼। ਭਾਈ ਮਰਦਾਨਾ ਜੀ ਨੇ ਵੇਖਿਆ ਵੀ ਔਰਤਾਂ ਟੌਰਾਂ ਸ਼ੌਰਾਂ ਲਾਈ ਫਿਰਦੀਆਂ, ਪਾਨ ਦੇ ਬੀੜੇ ਚੱਬਦੀਆਂ ਨੇ, ਇੱਕ ਤੋਂ ਇੱਕ ਰੰਗਦਾਰ ਕੱਪੜੇ ਪਾਏ ਆ, ਬੰਦੇ ਕੰਮ ਕਰਦੇ ਹੋ, ਮੌਜਾਂ ਨਾਲ ਘੁੰਮਦੀਆਂ ਫਿਰਦੀਆਂ। ਇਹ ਨਹੀਂ ਚੰਗਾ ਲੱਗਾ, ਕਿਉਂਕਿ ਪੰਜਾਬ ਦੇ ਵਿੱਚ ਔਰਤਾਂ ਘਰ ਤੋਂ ਬਾਹਰ ਨਹੀਂ ਸੀ ਆਉਂਦੀਆਂ। ਭਾਈ ਮਰਦਾਨਾ ਜਿਸ ਕਲਚਰ 'ਚੋਂ ਗਏ ਆ, ਇੱਕਦਮ ਜਾ ਕੇ ਅਡਾਪਟ ਕਰਨਾ ਬੜਾ ਔਖਾ ਲੱਗਦਾ ਹੈ। ਕਹਿੰਦੇ ਐਸਾ ਕੀ ਕਾਰਨ ਹੈ? ਇਹ ਔਰਤਾਂ ਘੁੰਮਦੀਆਂ ਫਿਰਦੀਆਂ, ਉੱਚੀ ਉੱਚੀ ਗੱਲਾਂ ਕਰਦੀਆਂ, ਕਿਸੇ ਤੋਂ ਡਰਦੀਆਂ ਹੀ ਨਹੀਂ। ਜੋ ਦਿਲ ਵਿੱਚ ਆਉਂਦਾ ਹੈ ਉਹ ਬੋਲਦੀਆਂ ਹਨ। ਆਇਸ ਦੇਵ ਜਾਵੋ ਮੈਂ ਪੁਰ, ਫੇਰ ਆਹਾਰ ਕਰੋ ਕਿਹ ਥਾਨਾ। ਇੱਥੋਂ ਦੀਆਂ ਔਰਤਾਂ ਹਸਮੁਖ ਸੁਭਾਅ ਦੀਆਂ, ਬਹੁਤਾ ਬੋਲਣ ਵਾਲੀਆਂ, ਪਾਪ ਬਹੁਤ ਬੁਰਾਈ। ਭਾਈ ਮਰਦਾਨਾ ਜੀ ਨੇ ਸੋਚਿਆ ਵੀ ਜੇ ਬੀਬੀਆਂ ਇੰਨੀਆਂ ਹਸਮੁਖ ਨੇ, ਮੈਂ ਰੋਟੀ ਮੰਗਣ ਗਿਆ ਮੈਨੂੰ ਤੇ ਪ੍ਰਸ਼ਾਦਾ ਛਕਾਉਣਗੀ। ਨਾ ਹਸਮੁਖ ਬੰਦੇ ਦਾ ਹੀ ਹੁੰਦਾ ਵੀ ਜੇ ਬੁਲਾ ਲਓ, ਪਾਣੀ ਮੰਗ ਲਓ ਪਾਣੀ ਦੇ ਦੂ, ਰੋਟੀ ਮੰਗੋ ਰੋਟੀ ਦੇ ਦੂ। ਕਹਿੰਦਾ ਬਾਬਾ ਜੀ ਜੇ ਤੁਸੀਂ ਗੁੱਸਾ ਨਾ ਮਨਾਓ, ਮੈਂ ਜਾਇਆ ਮੈਂ ਸ਼ਹਿਰ 'ਚ। ਗੁਰੂ ਸਾਹਿਬ ਨੇ ਵੇਖਿਆ ਤੇ ਮੁੱਖ ਪਾਸੇ ਕਰ ਲਿਆ। ਕਹਿੰਦਾ ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ। ਇਹਨੇ ਤਾਂ ਕਿਹਾ ਵੀ ਮੈਂ ਇਕੱਲਾ ਜਾਇਆ ਮੈਂ, 3 ਤੋਂ 4 ਘੰਟੇ ਬੈਠਿਆਂ ਨੂੰ ਹੋ ਗਏ। ਜੇ ਬਾਬੇ ਨੂੰ ਭੁੱਖ ਹੁੰਦੀ ਤੇ ਬਾਬੇ ਨੇ ਆਪ ਹੀ ਕਹਿਣਾ ਸੀ ਮਰਦਾਨਿਆ ਚੱਲ ਕੁਛ ਖਾ ਕੇ ਆਈਏ, ਖਾ ਆਈਏ। ਕਹਿੰਦਾ ਬਾਬਾ ਜੀ ਇੱਕ ਚਿੱਤ ਕਰਦਾ ਸ਼ਹਿਰ ਵੇਖ ਆਵਾਂ, ਨਾਲੇ ਭੁੱਖ ਵੀ ਲੱਗੀ ਹੈ, ਬਾਜ਼ਾਰ ਵਿੱਚੋਂ ਕੁਝ ਖਾ ਆਵਾਂ। ਪੂਰ ਸ਼ੁਦਾ ਮੁਝ ਲਾਗ ਰਹੀ, ਨਹਿ ਕੂਰ ਕਹੋ ਤੁਮਰੇ ਅਗਵਾਨਾ। ਸਤਿਗੁਰਾਂ ਨੇ ਸੁਣ ਕੇ ਅਣਸੁਣਿਆ ਕੀਤਾ, ਇਗਨੋਰ ਕੀਤਾ। ਥੋੜੀ ਦੇਰ ਬਾਅਦ ਕਹਿੰਦਾ ਬਾਬਾ ਜੀ ਤਾਂ ਝੂਠ ਨਹੀਂ ਬੋਲਦਾ, ਸੱਚੀ ਭੁੱਖ ਲੱਗੀ ਹੋਈ ਹੈ। ਤੁਹਾਡੀ ਆਗਿਆ ਤੋਂ ਬਿਨਾਂ ਮੈਂ ਜਾ ਨਹੀਂ ਸਕਦਾ। ਜੇ ਤੁਸੀਂ ਹੁਕਮ ਕਰਦੇ ਹੋ ਤੇ ਮੈਂ ਰੋਟੀ ਖਾਇਆ ਵਾ, ਦਹੀਂ ਭਾਤ ਖਾਇਆ ਵਾ, ਜੋ ਉਹਨਾਂ ਦਾ ਖਾਣਾ ਜੋ ਵੀ ਹੋਏਗਾ। ਚਾਵਲ ਜ਼ਿਆਦਾ ਖਾਂਦੇ, ਮੈਂ ਜਾਇਆ ਨਾ। ਗੁਰੂ ਸਾਹਿਬ ਕਹਿੰਦੇ ਰਹਿਣ ਦੇ ਮਰਦਾਨੇ, ਛੱਡ ਪਰ ਭੁੱਖ ਸਹਾਰ ਲਾ, ਕਿਤੇ ਹੋਰ ਚੱਲਾਂਗੇ। ਸ਼੍ਰੀ ਮੁਖ ਵਾਕ ਕਹੇ ਤੇ ਸੋ, ਨਹਿ ਜਾਊ ਜਾਪੁਰ ਮੈਂ ਮਰਦਾਨਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਜਾਈ, ਤੇਰਾ ਭਲਾ ਹੈ। ਮਰਦਾਨਾ ਜੀ ਨੂੰ ਖਿੱਚ ਚੜ ਗਈ ਵੀ ਇਹ 'ਚ ਕਾਹਦਾ ਭਲਾ ਹੈ? ਭਲਾ ਤੇ ਇਹਦੇ 'ਚ ਆ ਵੀ ਭੁੱਖ ਲੱਗੀ ਰੋਟੀ ਖਾਇਆ ਵਾ, ਇਹ ਭਲਾ ਹੋਇਆ ਵਾ ਵੀ ਜੇ ਸਾਹਮਣੇ ਭੋਜਨ ਬਣਿਆ ਪਿਆ, ਬਾਜ਼ਾਰ 'ਚ ਲੋੜੀਂਦੀਆਂ ਚੀਜ਼ਾਂ ਮਿਲਦੀਆਂ ਤੇ ਮੈਂ ਨਾ ਜਾਵਾਂ, ਇਹ 'ਚ ਕਾਹਦਾ ਭਲਾ ਹੈ? ਇਹ ਕੀ ਹੈ? ਆਪਣੀ ਮੱਤ ਦਾ ਘੋਟਾ। ਮਰਦ ਨੇ ਮਾਇਆ ਪ੍ਰੇਰਤੀ ਆ। ਫਿਰ ਭਾਈ ਮਰਦਾਨਾ ਜੀ ਤੇ ਭੁੱਖ ਲੱਗੀ, ਮਨ ਹੀ ਮਨ ਸੋਚਦੇ ਆ, ਕਹਿੰਦੇ ਬਾਬਾ ਜੀ ਹਮੇਸ਼ਾ ਮੇਰੇ ਨਾਲ ਧੱਕਾ ਹੀ ਕਰਦੇ। ਮੈਂ ਜਦ ਇਹਨਾਂ ਨੂੰ ਕਿਹਾ ਭੁੱਖ ਲੱਗਦੀ, ਇਹਨਾਂ ਨੂੰ ਆਪ ਲੱਗਦੀ ਨਹੀਂ, ਮੈਨੂੰ ਖਾਣ ਨਹੀਂ ਦਿੰਦੇ। ਭਾਈ ਮਰਦਾਨਾ ਚੁੱਪ ਹੋ ਗਿਆ। ਕਹਿੰਦਾ ਕੋਈ ਗੱਲ ਨਹੀਂ, 1 ਘੰਟਾ ਔਖੇ ਸੌਖੇ ਕਰਾਂਗੇ। ਕਹਿੰਦਾ ਬਾਬਾ ਜੀ ਜੇ ਤੁਹਾਡੀ ਆਗਿਆ ਹੋਵੇ, ਬਸ ਮੈਂ ਆਉਣਾ ਜਾਣਾ ਹੀ ਬਾਜ਼ਾਰ 'ਚ ਕਰਨਾ ਹੀ, ਭੁੱਖ ਲੱਗੀ ਰੱਜ ਕੇ ਆ ਜਾਣਾ, ਦੁਬਾਰਾ ਤੁਹਾਨੂੰ ਮੈਂ ਕਹਿੰਦਾ ਨਹੀਂ। ਗੁਰੂ ਸਾਹਿਬ ਕਹਿੰਦੇ ਨਹੀਂ ਮਰਦਾਨਾ, ਸ਼ਹਿਰ ਠੀਕ ਨਹੀਂ, ਚੰਗਾ ਨਹੀਂ ਹੈ। ਪਰ ਭਾਈ ਮਰਦਾਨਾ ਜੀ ਨੂੰ ਗੁੱਸਾ ਇਸ ਕਰਕੇ ਆ ਵੀ ਇੰਨੇ ਸੋਹਣੇ ਲੋਕ ਨੇ ਇੱਥੋਂ ਦੇ, ਇੰਨੇ ਵਧੀਆ ਬਾਜ਼ਾਰ ਨੇ, ਇੰਨੇ ਸੋਹਣੇ ਜੰਗਲ ਬਾਗ ਨੇ, ਜਦੋਂ ਲੋਕ ਇੰਨੇ ਚੰਗੇ ਆ ਤੇ ਸ਼ਹਿਰ ਮਾੜਾ ਕਿਵੇਂ ਹੋ ਜਾਏ? ਬਸ ਯਾਦ ਰੱਖਿਓ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਮਤ ਭੁਲੇਖਾ ਰੱਖਿਓ ਵੀ ਹਰ ਚਮਕਣ ਵਾਲੀ ਗੋਲਡਨ ਚੀਜ਼ ਸੋਨਾ ਹੈ, ਹਰ ਚਮਕਣ ਵਾਲਾ ਸ਼ੀਸ਼ਾ ਹੀਰਾ ਹੈ। ਕਈ ਵਾਰ ਹੀਰੇ ਦੇ ਭੁਲੇਖੇ ਕੱਚ ਹੱਥ ਪਾੜ ਦਿੰਦਾ ਹੈ,
सोने के भुलेखे बंदा कुछ बनावटी चीज चुक लेंदा है। गुरु साहब कहते मर्दानिया जो दिसदा है वो सच नहीं हुंदा। कहते बाबा जी ये सच झूठ नाल की लैण देना, मैनूं ते भुख दा रौला है, तुसीं नाल चलोगा। अंतां दी भुख लगी है, मेरे तो बैठिया जांदा नहीं। जान हृदय दुख दान स्थान, नान लायक जान के मान सुजाना। सतगुरु जी आप जी इत्थे बैठो, मैं इत्थे ही मुड़े आउणा है, हुणे गया ते हुणे आया। गुरु साहब कहंदे मर्दानिया ये इलाका तेरे लायक नहीं, तू है सीधा साधा बंदा। इत्थों दे लोग छलीए ने, छलीए कित्थों दे हुंदे आ, किसी नूं बहुता पढ़ा दिओ ना बंदा बेईमान जा होया फिरूगा, भरोसा ही नहीं करदा, चलाक हो जाऊगा। विद्या पढ़नी चाहिए है पर विद्या पढ़ के दिमाग खराब नहीं करना चाहिए, बहुती भ्रष्ट हो जाती है। हुण इत्थों दे लोकां दा हाल यही सी, पढ़े लिखे इन्नी सी, बंदे नूं बंदा नहीं समझदे। भाई मर्दाना सीधा है, भोला है, शरीफ है। गुरु साहब कहते मर्दानिया तू रहन ते तू ना जाई, तेरे वस दा रोग नहीं। और ते बर जो डर दे और को मुझ, ना बारे आप कहूं कुछ खवाया। दीन दुनिया दे मालिक कहते इत्थों दे लोग चंगे नहीं मर्दानिया। कहता बाबा जी तुसी जाना नहीं, मैनू डराबे दे जाने हो भी इत्थे आ नहीं उत्थे आ, मैं चलिया। गुस्सा जिहा किद्दां कर लैंदे, हल्का जिहा गुस्सा करके सतगुरां नूं कहंदा बाबा जी तुहानूं ते बाले नूं नहीं लगदी भुख, ते जे तुहानूं भुख नहीं लगदी ते मेरा दुख तुहानूं की पता लगना मैं किन्ना क दुखी। नाले मैं किहड़ा इत्थे दुकानदारी करनी आ कोई भी मैं 4 दिनों बाद मुड़ के आना, कोई व्यापार करना। सच्चे पातशाह मैं रोटी खानी खा के मुड़े आना, मैं लोगों तो की लेना। महाराज होके डराबे मैनू ना दो। बड़ा प्यारा सिख है सतगुरां दा, ये चोज मर्द आप ही वरता रहे हैं। गुरु साहब कहते मर्दानिया रुक जा भाई। दूजी बार मर्द ने मना करता पर भाई मर्दानी नूं गुस्सा लगता है भी सतगुर मेरा भला नहीं करते, ये मेरे बारे सोचते नहीं। कर आए आहार नाही करुणा कर, क्यों ना बाहर में निर्वाह। जिस वेले सतगुरां ने कोरा जवाब देता, भाई बाला जी भी कहते मर्दानिया जिद ना करया कर। थोड़ी देर बाद चरण फड़ के कहता बाबा जी आखिरी बार कहना मैं मर जाना है, तुसी ते परमात्मा हो, तुसी परमेश्वर हो, धनता दे योग हो, तुहाडे दर आया कोई खाली नहीं मुड़दा, मुश्किल हो गई। चरण फड़ के आखदा बाबा जी हुण तुसी मैनू मोड़ोगे नहीं, मैनू बड़ा माण है तुहाडे। गुरु साहब कहते मर्दानिया रहन दे, क्यों अपनी जान नूं कजिए चुकाउणा है, स्यापे चुकाउणा है बच। कहता नहीं पातशाह रोटी का मसला है, भुख लगी रोटी खानी आपां मुड़े आउणा है, मैनू तुसी मना ना करो, मैनू तुसी रोको ना, बस थापड़ा देवो। बिन भोजन ते तनहान बने, हठ को लग हो कर हो मन माहा। हठ ते भाई मर्दाना जी आप कर रहे हैं, जिद्दो आप करते हैं। कहते मर्द तुसी जिद ना करो, हठ ना करो, मैनू दिओ माया। मैं किते जलेबियां खा के आवां, लड्डू छा के आवां। अगे भाई मर्दाना जी मिठे के बड़े शौकीन सी, उदों सारे लोग सी, क्योंकि मिठा जो वर्गा नहीं सी। महाराज बहुत भुख लगी है जी, जल्दी कृपा कर। भाई बाला जी कहते महाराज जे नहीं हटता तो भेजो पर आपां की लैणा। मर्दाना अखां च कढ के भाई बाले वाल वेखदा भी हर काम च इहने बोलना जरूर। भाई बाला तो प्रेम बहुत करदा भाई मर्दाने नूं, छोटा समझदे अपने तो, लाडला जानदे आ। पर भाई मर्दाने नूं लगदा भी गुरु साहब ते भाई बाला जी मेरे नाल जिद करदे, जद कि जिद्दी वो आप है, जिद आप करता है कि मैं जाना है। मर्द कहते नहीं जाना, मर्दानिया बिछड़ जाएगा साडे नालों, कोई पता नहीं असीं फकीरां किधर लंघ जाना है। कहंदा नहीं मैं मर दूंगा, मैनू भुख ने मार देना है, मैं इत्थों तुरिया नहीं जाना, पता नहीं अगे कोई शहर आना कि नहीं आना, मैं इतों शहर मिलिया इत्थे खा पी लवां, आपां चलांगे जिथे मर्जी लै जाओ, जंगलां च रहो, बेलियां च रहो, पर जदों ढिड भरिया हो ते मैनू सकून होए, नाले मैं रोटी खा लैनी, नाले लै चलूंगा, 1-2 दिनां दा गुजारा हो जाएगा। अब देहो जाए को जाए कै जाए को, खाए अघाए अब हो तुम पाहा। 3 बार सतगुरां ने रोकिया मर्दानिया, ना जाई ना जाई ना जाई। कहंदा बाबा जी ये गल छड्डो, आग्या दिओ आग्या दिओ आग्या। जिद हो गई,
कहना पातशाह बस क्या आया। मर्द कहते मर्दानिया अगे तेरी मौज है भाई, जे तू जाना ही चाहना फिर आगे आया आखो सतनाम जाया। बड़ा खुश कहता धन बाबा नानक तू ही निरंकार, बाबा बड़ा है तू, बड़ा महान है। खुश है, रोटी की आस है। जाते ही सतगुर कहते बालिया माया दे दे, ਜਿਹੜੇ 2-4 रजन पढ़ने का खर्चा तो दे दे। भाई बाला जी ने जेब चो माया कढ़ के देती। कहते मर्दाने छेती मुड़िया ही, कहता छक के आऊँगा, लैके आऊँगा, थोड़ा जा बाजार घूम के आऊँगा। खुशा का नाम इन कहते तमा सुभाविक गल है। असी खाण के बहाने निकलते हाँ, कदे सोच के वेखो कि खाण का तो ढाबे से बहन का समा कितना, कदे घूमण का समा कितना। रोटी तो अद्धे घंटे च खा के मुड़ सकते हैं, पर बंदा रोटी खाण गया वा 4-4 घंटे नहीं आता। क्यों? वो इस बहाने बाजार घूमदा। तो भाई मरदाना जी सोचते सी आप हम नवी दुनिया च आए हैं, दुनिया देखनी चाहिए। बाबा जी का की वो बह के पाठ करते आ, सब कुछ जानते आ, उन्होंने लोड़ भी कोई नहीं। तो फिर आपको भुख भी लगती, प्यास भी लगती, दुनिया वेखांगे, पिंड जाके दसांगे असीं आ देख के आए हैं। बहुत घोड़ा गुरु साहब कहते मरदाने आ गया फिर भाई, जे तू रोकिया रुकदा ही नहीं, असी तेनू रोक सकते नहीं। नानक तां मन की मन जान, सो आनन बैन पने मुस्काने। मुस्कुरा के सच्चे पातशाह कहते मरदाने जे तेरी इच्छा दब लैना, असी तेनू रोक लिया, तू पिंड जाके साडे पिता जी नू भी दसेगा, सारे पिंड नू कहेगा भी आप जिवें इत्थे जंगलां च रहिंदे सी विदेश जाके क्यों बैठे, भी मैनू घूमण नहीं दिता इन्हां। हसे मारे बाद कहते जा मरदानिया शाबाश भाई, घूम फिर के आई बाजार, हुण छक छका के आई। असी फकीरां ने कित्थे जाना, दरख्त थल्ले बैठे हैं, इत्थे ही मिलांगे। कहंदा भाई पालिया धन्नवाद तेरा भी, सिफारिश कीती। वो मुस्कुराउंदे अंदरों। हुण सियाणे पुरुषां दा हसना कोई खास वजह नहीं। भाई मरदाना जी सतगुरां दे नेत्र नहीं पढ़ सकिया, गुरु साहब के बचन नहीं जान सकिया, सिर्फ इस गल्लों ही खुश है भी मैं जबरी आग्या मंगदा सी ते मर्द ने आग्या दे। कई बार सानू साडे मापे रोकदे पुੱਤਾ काम ना कर, पर असीं मना लैंदे आ भी मैं गड्डी लैनी सी, घर दे लैण नहीं दिंदे सी, लै ली। हुण मारी जदों किसे दे विच लिजा के उधर कहंदा यार बापू सही हो, कहंदा सी रहण दिंदा। मैं बुलट लैना लैके दे, उन्हें स्कूल नहीं जाना, घर दे कहंदे रुक जा तेनू कनेडा भेज, कहंदा मैं उत्थे जाके की करना, इत्थे लैके देता। एक अद्धे दी लत्त बांह तोड़ती, उदों बैठा पछताई जांदा जे 1 साल होर रुक जांदे चंगा नहीं सी। भाव वक्त लंघे तो बंदा पछताउंदा है, पर उस वक्त विच कहंदा मेरे वर्गा सियाणा की। भाई मरदाना जी नूं लग्गिया भी मैं ते सियाणा बड़ा, भाई वाला बैठे ही रहता है, मैं घूम गया माया लै ली, पल्ले नाल बन लई। गुरु साहब कहते मरदानिया हुण सानू उलांभा ना दई कोई, जेड़े बाजार तेरा जी करदा, जिधर तेरा जी करदा जाया, इसे रुख थल्ले तेनू मिलांगे जदों मर्जी आदि 24 घंटे आपां ही तू। कहंदा धन बाबा जी किरपा करियो, मैं छेती मुड़ के आवांगा। हीर सहीर धरन तू, और मैं बरहेरूं जा मरदाने। गुरु साहब कहते जा फिर पिंड विच चलिया ते जाया घुमिया, पर हौसला रखी, किसी ते भरोसा ना करी। अपने नूं फेर गया, अपना ही है, जिहो जा मर्जी है। मर्द कहते मरदानिया किसी ते एतवार ना करी, किसी ते भरोसा ना करी, किसी दे घरे ना जाई इस इलाके च, क्योंकि तू जानदा ही नहीं किसी। कहंदा बाबा जी चिंता ही ना करो, मरासी हुन्ने आखो सतनाम, सानू रग रग दा भेद हुंदा इलाके इलाके दा, भी किहदे घरे जाना किहदे नहीं जाना। मर्द बड़ा हसे, कहंदे जा फिर मरदाने जाया घूमिया बोझा, तू खुश रहना चाहिए। सतगुरां नूं मत्था टेकना भाई प्रधाना, वो भाई पाले नूं भी मत्था टेकदा, कहंदा शुकर तेरा, बस कदे कदे रोटी का टाइम दवा दिया कर, मित्र है तू मेरा। भाई बाला जी बहुत प्रेम करते हैं भाई मरदाने। जो आप ना जन्म साखी पढ़ते उदों पता लगता है भी भरावां तो वध प्यार सी गुरु साहब भाई बाला ते मरदाना जी का। आ जिन्ना आप सुना रहे हैं ना, जो सुनाउण की कोशिश करते हैं, ये तत्थ भी नहीं है उन्होंने सामने, भी वो प्रेम दी डोरा ही बड़ियां बदलियां सी। जिन्ने हास रस मजाकी गुरु नानक साहब ने ना कोई है ही नहीं सी, ते भाई मरदाना जी ताइयों नाल रहिंदे सी ना। हुण साडे च कोई साडे टब्बर च एक दा मूँह बनया होवे 100 वार दे पल्लव वर्गा, दसो नियाणे खुश ने जी उत्थे गवांढी बुलाउंदे आ, अगला कहता रहण दे सड़े होए ने, सड़ी हुई गल करनी, इहनूं क्यों बुलाउणा यार, पुट्ठी गल करनी, ये मिठा बोल ही नहीं सकदा।
ਤੇ ਇੱਕ ਬੰਦਾ ਹਸਮੁਖ ਹੋਵੇ, ਤੀਜੇ ਮਹੱਲੇ ਤੋਂ ਵੀ ਲੋਕੀ ਕਹਿੰਦੇ ਸਾਡੇ ਘਰ ਆਇਆ ਕਰ, ਮਿਲਿਆ ਕਰ, ਇਕੱਠੇ ਰਵਾਂਗੇ, ਘੁੰਮਾਂਗੇ। ਕਿਉਂ? ਹੱਸਦਾ ਖੇਡਦਾ, ਉਹਦੇ ਅੰਦਰ ਵਲਛੜ ਕੋਈ ਨਹੀਂ। ਉਹ ਵਕਤੀ ਤੌਰ ਤੇ ਆਪਣੇ ਸਮੇਂ 'ਚ ਖੋ ਜਾਂਦਾ ਹੈ, ਉਹ ਜ਼ਿੰਦਗੀ ਹੈ। ਤੇ ਸੜੇ ਸੁਭਾਅ ਵਾਲੇ ਲੋਕ ਅੱਜ ਵੀ ਜਿਉਂਦੇ ਨਹੀਂ, ਨਾ ਜਿਉਣ ਦਿੰਦੇ ਕਿਸੇ। ਤੇ ਹੁਣ ਭਾਈ ਮਰਦਾਨਾ ਜੀ ਦਾ ਸਤਿਗੁਰਾਂ ਨਾਲ ਇੰਨਾ ਪਿਆਰ ਕਿਉਂ ਹੈ? ਕਿਉਂਕਿ ਗੁਰੂ ਸਾਹਿਬ ਇੰਨੇ ਰੰਗਲੇ ਸੁਭਾਅ ਦੇ ਆ, ਇੰਨੇ ਹਸਮੁਖ ਸੁਭਾਅ ਦੇ ਆ, ਉਹ ਤਾਈਓ ਇੰਨੀਆਂ ਟੀਚਰਾਂ ਕਰ ਜਾਂਦਾ ਹੈ, ਤਾਂ ਹੀ ਇੰਨੇ ਮਖੌਲ ਕਰ ਜਾਂਦਾ ਹੈ। ਅੱਗੇ ਵੀ ਕਹਿੰਦਾ ਮਹਾਰਾਜ ਮੈਂ ਤੁਹਾਡੇ ਤੋਂ ਲੁਕੋਣੇ ਦੀ ਅੱਕ ਤੁਸੀਂ ਕਿਹਾ ਮੈਂ ਖਾ ਲੇ। ਉਹ ਭਾਵੇਂ ਪ੍ਰੇਮ 'ਚ ਹੀ ਕਿਹਾ ਸੀ ਅੱਕ ਖਾ ਲੈ, ਮਖੌਲ ਹੀ ਕੀਤਾ ਸੀ, ਪਰ ਮਖੌਲ ਵਿੱਚ ਹੀ ਖੇਡਾਂ ਵਰਤਾ ਗਏ। ਕਿੱਡੇ ਰੰਗਲੇ ਸੁਭਾਅ ਦੇ ਗੁਰੂ ਪਾਤਸ਼ਾਹ। ਭਾਈ ਮਰਦਾਨਾ ਮੱਥਾ ਟੇਕ ਇੱਕ ਬਾਜ਼ਾਰ 'ਚ ਵੜ ਗਿਆ ਜੀ, ਬਾਜ਼ਾਰ ਬੜਾ ਸੋਹਣਾ, ਚਕਾ ਚੌਂਧ ਬਾਜ਼ਾਰ ਦੀ ਬੜੀ ਸੋਹਣੀ ਹੈ, ਕਿਤੇ ਕੱਪੜਿਆਂ ਦਾ ਬਾਜ਼ਾਰ, ਕਿਤੇ ਕੋਈ, ਬਸ ਕੂਦਾ ਅੱਗੇ ਅੱਗੇ ਜਾਈ ਜਾ, ਭੀੜੀਆਂ ਗਲੀਆਂ ਆਈਆਂ ਜਾਣ। ਉਹਨਾਂ ਗਲੀਆਂ ਵਿੱਚ ਲੋਕਾਂ ਦੀਆਂ ਰਿਹਾਇਸ਼ਾਂ, ਅੱਗੇ ਜਿਹੜੇ ਪੁਰਾਣੇ ਬਾਜ਼ਾਰ ਹੁੰਦੇ ਸੀ, ਚਲੋ ਅੱਜ ਤੇ ਮਾਡਰਨ ਜ਼ਮਾਨਾ ਹੈ, ਮਾਲ ਬਣ ਗਏ, ਵੱਡੀਆਂ ਮਾਰਕੀਟਸ ਬਣ ਗਈਆਂ, ਘਰ ਕਿਤੇ ਰੈਜ਼ੀਡੈਂਸ ਕਿਤੇ ਹੁੰਦਾ ਹੈ, ਤੇ ਮਾੜਾ ਜਿਹਾ ਲੱਸੀ ਦਹੀਂ ਲੈਣ ਜਾਣਾ ਹੋਵੇ ਤੇ 2 ਕਿਲੋਮੀਟਰ ਦੂਰ ਜਾਣਾ ਪੈਂਦਾ। ਤੇ ਪੁਰਾਣੇ ਸ਼ਹਿਰ ਜਿੰਨੇ, ਭਾਵੇਂ ਅੰਮ੍ਰਿਤਸਰ ਹੈ, ਦਿੱਲੀ ਹੈ, ਕੋਈ ਵੀ ਹੈ, ਘਰੋਂ ਨਿਕਲੋ ਨਾਲ ਹੀ ਡੈਰੀ ਹੁੰਦੀ ਹੈ, ਨਾਲ ਹੀ ਕਰਿਆਨਾ, ਸਾਰਾ ਕੁਛ ਜਿਵੇਂ ਪਿੰਡਾਂ ਵਿੱਚ। ਹੁਣ ਭਾਈ ਮਰਦਾਨਾ ਵੇਖੇ ਲੋਕਾਂ ਦੇ ਬੜੇ ਸੋਹਣੇ ਘਰ ਨੇ, ਛੋਟੇ ਘਰ ਨੇ, ਕੁਛ ਔਰਤਾਂ ਬਾਹਰ ਬੈਠੀਆਂ, ਕੁਛ ਮਰਦ ਬਾਹਰ ਬੈਠੇ, ਮੰਜੀਆਂ ਡਾਈਆਂ ਨੇ, ਬਾਜ਼ਾਰ 'ਚ ਮੇਲਾ ਬੜਾ ਹੈ। ਕਹਿੰਦਾ ਤਾਂ ਹੀ ਬਾਬਾ ਜੀ ਕਹਿੰਦੇ ਸੀ ਇੱਥੇ ਨਾ ਜਾਈ ਆਖੋ ਸਤਿਨਾਮ, ਰੌਣਕਾਂ ਬੜੀਆਂ ਇੱਥੇ। ਗੁਰੂ ਜੀ ਨਹੀਂ ਸੀ ਚਾਹੁੰਦੇ ਵੀ ਮਰਦਾਨਾ ਕੋਈ ਰੌਣਕ ਵੇਖ ਲਓ, ਮਨ ਦੇ ਖਿਆਲ ਅੰਤਰਜਾਮੀ ਪ੍ਰੀਤਮ ਸਭ ਕੁਝ ਜਾਣ ਰਹੇ ਨੇ। ਔਰ ਹਿਰਨ ਚਾਹੇ ਰਹੇ ਨਹਿ, ਖਾਓ ਆਹਾਰ ਅਹਿ ਲਲਚਾਨੇ। ਹੁਣ ਮਨ ਇੰਨਾ ਲਲਚਾਇਆ, ਇੱਕ ਦੁਕਾਨ ਤੇ ਖੜ ਜਾਂਦਾ ਹੈ, ਕਹਿੰਦਾ ਆ ਕੇ ਖਾਵਾਂਗੇ, ਅਗਲੀ ਤੇ ਚਲਿਆ ਜਾਂਦਾ ਹੈ। ਮਠਿਆਈ ਵੇਖੀ ਜਲੇਬੀਆਂ, ਕਹਿੰਦਾ ਇਹ ਆਉਂਦੇ ਹੋਏ ਖਾਵਾਂਗੇ, ਪਹਿਲਾਂ ਕੁਝ ਹੋਰ ਖਾਈਏ। ਆਪਣੇ ਨਾਲ ਹੁੰਦਾ ਸਭ ਨਾਲ, ਇਹ ਲਾਲਚੀ ਮਨ ਦੀਆਂ ਖੇਡਾਂ ਹੁੰਦੀਆਂ। ਕਈ ਵਾਰ ਨਾ ਆਪਾਂ ਕਿਸੇ ਬਾਜ਼ਾਰ ਜਾਈਏ, ਚੀਜ਼ ਹੀ ਪਸੰਦ ਨਹੀਂ ਆਉਂਦੀ, ਕੱਪੜੇ ਲੈਣ ਚਲੇ ਜਾਓ, ਭੈਣਾਂ ਵਾਂਗੂ ਸਾਰੀ ਦੁਕਾਨ ਫਰੋੜ ਲੈਣੀ ਹੈ। ਬਾਅਦ ਚੋਂ ਕਹਿਣਾ ਜਿਹੜਾ ਰੰਗ ਮੈਨੂੰ ਪਸੰਦ ਸੀ ਭਾਈ ਜਾਨ ਹੈ ਨਹੀਂ, ਵੀ ਜਦੋਂ ਤੈਨੂੰ ਪਤਾ ਸੀ ਰੰਗ ਹੈ ਨਹੀਂ ਤੇ ਕਿਉਂ ਖਲਾਰਾ ਪਵਾਇਆ। ਸਾਡਾ ਕੰਮ ਵੀ ਇੱਥੇ 20 ਦੁਕਾਨਾਂ ਤੇ ਜਾਣਾ, ਦੇਖ ਦੂਖ ਕੇ ਬਾਅਦ ਚੋਂ ਆਨਲਾਈਨ ਬੁੱਕ ਕਰ ਲੈਣਾ ਵੀ ਆਹ ਪੈਂਟ ਉੱਥੇ ਸੋਹਣੀ ਲੱਗੀ ਸੀ, ਉੱਥੇ ਰੇਟ ਜ਼ਿਆਦਾ, ਇੱਥੇ ਸਸਤੀ ਹੈ, ਆਹ ਖਾਣਾ ਉੱਥੇ ਸਸਤਾ, ਇੱਥੇ ਵਧੀਆ, ਇੱਥੇ ਖਾ ਲਓ। ਘੁੰਮਦੇ ਫਿਰੀ ਜਾਂਦੇ ਲਾਲਚੀ ਮੰਗੇ ਖੇਡਾਂ। ਭਾਈ ਮਰਦਾਨਾ ਕੱਪੜੇ ਵੇਖ ਲਿਆ ਕਰੇ, ਬੜਾ ਖੁਸ਼, ਕਹਿੰਦਾ ਬਾਬਾ ਜੀ ਕਮਾਲ ਹੋ ਗਈ, ਐਡੀ ਦੂਰ ਲੈ ਕੇ ਆਏ ਹੋ, ਇੰਨੇ ਸੋਹਣੇ ਬਾਜ਼ਾਰ 'ਚ ਲੈ ਆਏ, ਤੁਸੀਂ ਕਿਉਂ ਨਹੀਂ ਲੈ ਕੇ ਆਏ ਮੈਨੂੰ ਕਿਉਂ ਰੋਕਿਆ? ਅੱਗੇ ਦੁਕਾਨ ਤੇ ਗਿਆ, ਫੇਰ ਮਨ ਬਦਲ ਗਿਆ, ਇੱਥੇ ਕੁਛ ਨਹੀਂ ਖਾਣਾ, ਆਉਂਦੇ ਵਕਤ ਖਾਵਾਂਗੇ, ਨਾਲੇ ਲੈ ਚੱਲਾਂਗੇ। ਕਿਤੇ ਕੁਛ ਹੈ, ਕਿਤੇ ਕੁਛ ਹੈ, ਹਰ ਬਾਜ਼ਾਰ ਦੀ ਆਪਣੀ ਖਾਸੀਅਤ ਹੁੰਦੀ। ਲੰਘਦਾ ਇੱਕ ਭੀੜੇ ਬਾਜ਼ਾਰ ਵਿੱਚ ਹੋ ਤੁਰਿਆ ਏ, ਸਰਉਨਨ ਯੋ ਸੁਣ ਕੀਨ ਪਿਆਨ, ਅਜਾਨ ਨ ਜਾਨੀ ਜੋ ਬੈਨ ਬਖਾਨੇ। ਅਣਜਾਣ ਪੁਣੇ ਤੇ ਸਤਿਗੁਰਾਂ ਦੇ ਬਚਨ ਨਾ ਤਮਾਏ, ਨਾ ਜਾਣੇ ਨਾ ਸਮਝੇ, ਬਸ ਲੋਕਾਂ ਵੱਲ ਵੇਖਦਾ ਹੈ, ਅਣਜਾਣਾ ਵਾਂਗੂ ਤੁਰਿਆ ਕਰਦਾ। ਲੋਕ ਇਕੱਠੇ ਹੋ ਕੇ ਕਹਿੰਦੇ ਅਜਨਬੀ ਦਾ ਕੌਣ ਹੈ? ਇੱਕ ਆਮ ਜਿਹਾ ਬੰਦਾ ਕਿਸੇ ਬਾਜ਼ਾਰ 'ਚ ਦੇਸੀ ਜਾਵੇ ਤੇ ਲੋਕ ਦੇਖਦੇ ਦੁਕਾਨਾਂ ਵਾਲੇ, ਕਹਿੰਦੇ ਨਵਾਂ ਹੀ ਆਇਆ ਲੱਗਦਾ ਕਿਸੇ ਇਲਾਕੇ। ਜਿਵੇਂ ਇੱਥੇ ਕੋਈ ਅੰਗਰੇਜ਼ ਆ ਜੇ, ਕੋਈ ਗੋਰਾ ਆ ਜੇ, ਜਵਾਕ ਵੇਖਦੇ ਕਹਿੰਦੇ ਯਾਰ ਕਿਹੜਾ ਤੁਰਿਆ ਫਿਰਦਾ, ਇਹ ਕਿੱਥੋਂ ਆ ਗਏ? ਇੱਕ ਸੁਭਾਵਕ ਹੈ। ਹੁਣ ਭਾਈ ਮਰਦਾਨਾ ਅਣਜਾਣਾ ਵਾਂਗੂ ਚੀਜ਼ ਵੇਖ ਲੈਂਦਾ, ਛੱਡ ਜਾਂਦਾ, ਨਾ ਬੋਲੀ ਸਮਝ ਆਵੇ, ਬਸ ਸਾਡੇ ਵਾਲੇ ਕੰਮ ਹੈ। ਅੱਗੇ ਜਾਈ ਜਾਵੇ, ਲੋਕ ਇਹਨੂੰ ਵੇਖਣੇ, ਲੋਕਾਂ ਨੂੰ ਭਾਈ ਪਾਲੇ ਨੂੰ ਲਾਂਭੇ ਦੇਈ ਜਾਵੇ। ਕਹਿੰਦਾ ਇੰਨੀ ਸੋਹਣੀ ਮਾਇਆ ਨਗਰੀ, ਜੇ ਜ਼ਿੰਦਗੀ 'ਚ ਆ ਕੇ ਕੁਝ ਵੇਖਿਆ ਨਾ ਤੇ ਫਿਰ ਜ਼ਿੰਦਗੀ ਦਾ ਕੀ ਹੈ? ਕਹਿੰਦੇ ਜੀ ਪਕਵਾਨ ਵੇਖ ਕੇ ਭੁੱਖ ਮਰ ਗਈ, ਜੋ ਵੇਖਿਆ ਕਰੇ ਸ਼ਕਲ ਵਾਲਾ ਭੁੱਖ ਮਰ ਜਾ ਕਰੇ। ਸੋਹਣੇ ਕੱਪੜੇ ਦੇਖਿਆ ਕਰੇ, ਲੰਘਦਾ ਬਹੁਤ ਦੂਰ ਚਲੇ, ਕਈ ਕਿਲੋਮੀਟਰ ਦਾ ਸਫ਼ਰ ਕੱਲੇ ਨੇ ਤੈਅ ਕਰ ਲਿਆ ਏ। ਔਰ ਮੈਂ ਭਰ ਕੇ ਔਰ ਮੈਂ ਹਰ ਖਬਰ, ਹੇਰਤ ਨਾਰਨ ਰੂਪ ਅਪਾਰੈ। ਘੋੜਾ ਬੜਾ ਭਾਈ ਮਰਦਾਨਾ, ਕਿਤੇ ਜਦੋਂ ਇੱਕ ਭੀੜੀ ਜੀ ਗਲੀ ਵਿੱਚ ਵੜਿਆ, ਹੁਣ ਬਾਜ਼ਾਰਾਂ 'ਚ ਛੋਟੀਆਂ ਗਲੀਆਂ ਹੁੰਦੀਆਂ, ਲਿੰਕ ਰੋਡ ਦੇ ਰਸਤੇ 'ਚ ਹੁੰਦੇ, ਕਹਿੰਦੇ ਬਾਹਰ ਮੰਜੀ ਤੇ ਔਰਤਾਂ ਬੈਠੀਆਂ, ਉਹਨਾਂ ਦੇ ਮੂੰਹ ਵੱਲ ਵੇਖੀ ਜਾਵੇ, ਉਹਨੂੰ ਲੱਗੇ ਵੀ ਸਾਨੂੰ ਕਿਉਂ ਦੇਖਦਾ ਇਹ? ਮਨ 'ਚ ਬੈਲ ਨਹੀਂ ਹੈ ਭਾਈ ਮਰਦਾਨੇ ਦੇ, ਉਹ ਵੇਖਦਾ ਵੀ ਇਹਨਾਂ ਨੇ ਕੱਪੜੇ ਵੀ ਹੋਏ ਪਾਏ ਹੋਏ, ਇਹ ਰੂਪ ਰੰਗ ਸਾਡੇ ਤੇ ਹੈ ਨਹੀਂ ਪੰਜਾਬ 'ਚ ਇਹੋ ਜਿਹਾ ਵੀ ਆ ਮੀਡੀਆਂ ਜੀਆਂ ਗੁੰਦੀਆਂ ਨੇ, ਸਿਰ ਤੇ ਉੱਚੇ ਜਿਹੇ ਜੂੜੇ ਕਰੇ ਹੋਏ ਆ, ਉਹ ਵੇਖ ਖੁਸ਼ ਹੁੰਦਾ। ਔਰਤਾਂ ਨੇ ਇਸ਼ਾਰਾ ਕੀਤਾ,
कहते भौर परदेसी आखो सतनाम अपनी बोली च हसियां भाई मरदाना अगे तुर पिया कहता बीबियां बड़ियां चंगियां ने चंगा माड़ा कहंदियां नहीं किसी नूं मैं परदेसी हाँ मैनू वे खुश होंदियां ने उन्हां नूं वेख के खुश होई जा भी जो कपड़े वेखदा भी इन्ना सोहना लिबास इन्ने वधिया कपड़े तैयार पर तैयार होईयां बैठियां ने कहते पान दे वीड़े जा बड़ियां सो समा समाप्त हो गया जी जिवें जिवें अगे जो कुछ होना है बड़े विस्तार सहित महाकवि भाई संतोख सिंह जी ने रचना लिखी है गुरु साहब की कृपा नाल आपां कल दे दीवाना च आनंद माणांगे वाहे गुरु